हाँ जी बेटा, वेरी गुड मॉर्निंग। ਅੱਜ ਅਸੀਂ ਚੈਪਟਰ ਨੰਬਰ 1 ਦਾ ਯੂਨਿਟੀ ਇਨ ਡਾਇਵਰਸਿਟੀ ਟੌਪਿਕ ਜਿਹੜਾ ਹੈ ਉਹ ਕਰਾਂਗੇ। ਠੀਕ ਹੈ, ਫਸਟ ਚੈਪਟਰ ਜਿਹੜਾ ਹੈ ਥੋੜ੍ਹਾ ਚੱਲ ਰਿਹਾ ਹੈ, ਜਿਹਦੇ ਵਿੱਚ ਅਸੀਂ ਪਹਿਲਾ ਜਿਹੜਾ ਟੌਪਿਕ ਕੀਤਾ ਹੈ ਉਹਦੇ ਵਿੱਚ ਇੰਡੀਅਨ ਸੁਸਾਇਟੀ ਦੇ ਫੀਚਰਸ ਆਪਾਂ ਕੀਤੇ ਸੀਗੇ। ਠੀਕ ਹੈ, ਹੁਣ ਫੀਚਰਸ ਜਿਹੜੇ ਸੀਗੇ ਇੰਡੀਅਨ ਸੁਸਾਇਟੀ ਦੇ ਆਪਾਂ ਦੋ ਪਾਰਟਸ ਵਿੱਚ ਡਿਵਾਈਡ ਕੀਤੇ ਸੀਗੇ। ਪਹਿਲਾ ਜਿਹੜਾ ਫੀਚਰਸ ਕੀਤੇ ਸੀਗੇ ਉਹ ਸੀਗੇ ਟ੍ਰੈਡੀਸ਼ਨਲ ਇੰਡੀਅਨ ਸੁਸਾਇਟੀ ਦੇ, ਔਰ ਸੈਕਿੰਡ ਜਿਹੜਾ ਅਸੀਂ ਕੀਤਾ ਸੀਗਾ ਉਹ ਕੰਟੈਂਪਰਰੀ ਇੰਡੀਅਨ ਸੁਸਾਇਟੀ ਮੀਨਸ ਸਮਕਾਲੀ ਭਾਰਤੀ ਸਮਾਜ। ਠੀਕ ਹੈ, ਪੁਰਾਤਨ ਭਾਰਤੀ ਸਮਾਜ ਅਤੇ ਸਮਕਾਲੀ ਭਾਰਤੀ ਸਮਾਜ ਆਪਾਂ ਦੋ ਤਰੀਕੇ ਦੇ ਨਾਲ ਭਾਰਤੀ ਸਮਾਜ ਦੇ ਜਿਹੜੇ ਵਿਸ਼ੇਸ਼ਤਾਵਾਂ ਨੇ ਸੁਸਾਇਟੀ ਦੀਆਂ ਉਹ ਕੀਤੀਆਂ ਸੀਗੀਆਂ। ਠੀਕ ਹੈ, ਅੱਜ ਅਸੀਂ ਟੌਪਿਕ ਜਿਹੜਾ ਹੈ ਥਰਡ ਜਿਹੜਾ ਹੈ ਉਹ ਕਰਨ ਲੱਗੇ ਹਾਂ, ਜਿਹਦੇ ਵਿੱਚ ਯੂਨਿਟੀ ਇਨ ਡਾਇਵਰਸਿਟੀ ਕਰਾਂਗੇ। ਠੀਕ ਹੈ, ਯੂਨਿਟੀ ਇਨ ਡਾਇਵਰਸਿਟੀ ਦਾ ਮਤਲਬ ਅਨੇਕਤਾ ਦੇ ਵਿੱਚ ਏਕਤਾ। ਠੀਕ ਹੈ, ਹੁਣ ਜਦੋਂ ਆਪਾਂ ਭਾਰਤੀ ਸਮਾਜ ਦੀ ਗੱਲ ਕਰਦੇ ਹਾਂ ਤਾਂ ਭਾਰਤੀ ਸਮਾਜ ਜਿਹੜਾ ਹੈ ਉਹਦੀ ਇੱਕ ਵੱਖਰੀ ਵਿਲੱਖਣ ਜਿਹੀ ਪਹਿਚਾਣ ਹੈਗੀ ਹੈ। ਉਹਦਾ ਕਾਰਨ ਕੀ ਹੈ? ਕਾਰਨ ਹੈ ਕਿ ਇਹਦੇ ਵਿੱਚ ਬਹੁਤ ਸਾਰੀਆਂ ਵਿਲੱਖਣਤਾਵਾਂ ਨੇ, ਚਾਹੇ ਉਹ ਭਾਸ਼ਾ ਨੂੰ ਲੈ ਕੇ, ਚਾਹੇ ਉਹ ਜਾਤ ਨੂੰ ਲੈ ਕੇ, ਚਾਹੇ ਧਰਮ ਨੂੰ ਲੈ ਕੇ, ਚਾਹੇ ਪੋਲੀਟੀਕਲ ਸਿਸਟਮ ਲੈ ਲਓ। ਠੀਕ ਹੈ, ਜਾਂ ਖੇਤਰੀ ਅਨੇਕਤਾ ਲੈ ਲਓ। ਠੀਕ ਹੈ, ਹਰ ਤਰ੍ਹਾਂ ਦੀ ਵਰਾਇਟੀ ਜਿਹੜੀ ਹੈ ਉਹ ਤੁਹਾਨੂੰ ਮਿਲੇਗੀ ਭਾਰਤੀ ਸਮਾਜ ਦੇ ਵਿੱਚ। ਠੀਕ ਹੈ, ਹੁਣ ਇੰਨੀਆਂ ਜ਼ਿਆਦਾ ਅਨੇਕਤਾਵਾਂ ਹੋਣ ਦੇ ਬਾਵਜੂਦ ਅਸੀਂ ਕਹਿੰਦੇ ਹਾਂ ਕਿ ਇੰਡੀਆ ਜਿਹੜਾ ਹੈ ਉਹਦੇ ਵਿੱਚ ਏਕਤਾ ਵੀ ਪਾਈ ਜਾਂਦੀ ਹੈ। ਲੇਕਿਨ ਆਪਾਂ ਜਦੋਂ ਏਕਤਾ ਦੀ ਗੱਲ ਕਰਨ ਤੋਂ ਪਹਿਲੇ ਅਸੀਂ ਅਨੇਕਤਾ ਦੀ ਗੱਲ ਕਰਨਾ ਹੈ ਕਿ ਭਾਰਤੀ ਸਮਾਜ ਦੇ ਵਿੱਚ ਅਨੇਕਤਾਵਾਂ ਹਨ ਅਤੇ ਉਹ ਕਿਹੜੇ ਕਿਹੜੇ ਆਧਾਰ 'ਤੇ ਹਨ। ਠੀਕ ਹੈ, ਮਤਲਬ ਕਿਹੜੇ ਕਿਹੜੇ ਮੈਗਨੀਟਿਊਡਸ ਜਾਂ ਸਕੇਲਸ 'ਤੇ ਅਸੀਂ ਇੰਡੀਅਨ ਸੁਸਾਇਟੀ ਦੇ ਡਾਇਵਰਸਿਟੀ ਜਿਹੜੀ ਹੈ ਉਹ ਕਿਸ ਤਰ੍ਹਾਂ ਆਪਾਂ ਡਿਫਾਈਨ ਕਰਾਂਗੇ। ਠੀਕ ਹੈ, ਹੁਣ ਕੁਛ ਕਲਚਰਲ ਡਾਇਵਰਸਿਟੀਜ਼ ਦੀ ਆਪਾਂ ਗੱਲ ਕਰਨ ਲੱਗੇ ਹਾਂ ਕਿ ਭਾਰਤੀ ਸਮਾਜ ਦੇ ਵਿੱਚ ਸੱਭਿਆਚਾਰਕ ਅਨੇਕਤਾਵਾਂ ਜਿਹੜੀਆਂ ਨੇ ਉਹ ਕਿੱਦਾਂ ਪਾਈਆਂ ਜਾਂਦੀਆਂ ਨੇ। ਠੀਕ ਹੈ, ਹੁਣ ਕਲਚਰਲ ਡਾਇਵਰਸਿਟੀ ਜਿਹੜੀ ਹੈ ਉਹਨੂੰ ਆਪਾਂ ਕੁਛ ਪੁਆਇੰਟਸ ਜਿਹੜੇ ਨੇ ਉਹ ਲਿਖੇ ਨੇ। ਠੀਕ ਹੈ, ਜਿਹੜੇ ਆਪਾਂ 1 ਬਾਏ 1 ਡਿਸਕਸ ਕਰਾਂਗੇ। ਅਤੇ ਜਿਹੜਾ ਫਸਟ ਪੁਆਇੰਟ ਹੈ ਉਹ ਹੈ ਜੀ ਭੂਗੋਲਿਕ ਅਨੇਕਤਾ। ਠੀਕ ਹੈ, ਮਤਲਬ ਖੇਤਰੀ ਅਨੇਕਤਾ। ਹੁਣ ਜਦੋਂ ਅਸੀਂ ਇੰਡੀਅਨ ਸੁਸਾਇਟੀ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਦਾ ਜਿਹੜਾ ਕੁੱਲ ਖੇਤਰਫਲ ਹੈ ਨਾ ਉਹ ਹੈ ਜੀ 32,87,263 ਵਰਗ ਕਿਲੋਮੀਟਰ। ਠੀਕ ਹੈ, ਹੁਣ ਇਸ ਇੰਨੇ ਜ਼ਿਆਦਾ ਵੱਡੇ ਖੇਤਰਫਲ ਦੇ ਵਿੱਚ ਬਹੁਤ ਸਾਰੀਆਂ ਅਨੇਕਤਾਵਾਂ ਜਿਹੜੀਆਂ ਨੇ ਹੋਣਾ ਸੁਭਾਵਿਕ ਹੈ, ਕਿਉਂਕਿ ਕਿਤੇ ਤੁਹਾਨੂੰ ਪਹਾੜੀ ਇਲਾਕਾ ਮਿਲੇਗਾ, ਕਿਤੇ ਤੁਹਾਨੂੰ ਮਰੂਥਲੀ ਇਲਾਕਾ ਮਿਲੇਗਾ। ਠੀਕ ਹੈ, ਅਤੇ ਕਿਤੇ ਹਿਮਾਲਿਆ ਨੇ, ਅਤੇ ਕਿਤੇ ਬਰਫੀਲੀਆਂ ਚਟਾਨਾਂ ਨੇ। ਠੀਕ ਹੈ, ਕਿਤੇ ਰਤੀਲੇ ਮੈਦਾਨ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਉਣਗੇ। ਹੁਣ ਜੇ ਖੇਤਰੀ ਅਨੇਕਤਾ ਹੈ ਅਤੇ ਇਹਦਾ ਮਤਲਬ ਇਹ ਹੈ ਕਿ ਉਹਦੇ ਨਾਲ ਜੁੜੀ ਜਿਹੜੀ ਜਲਵਾਯੂ ਹੈ ਉਹਦੇ ਵਿੱਚ ਵੀ ਅਨੇਕਤਾ ਜਿਹੜੀ ਹੋਏਗੀ। ਠੀਕ ਹੈ, ਕਿਤੇ ਸੰਘਣੇ ਜੰਗਲ ਨੇ। ਠੀਕ ਹੈ, ਅਤੇ ਕਿਤੇ ਮਾਰੂਥਲ ਹਨ। ਠੀਕ ਹੈ, ਹੁਣ ਇੰਡੀਆ ਦੀ ਜਦੋਂ ਆਪਾਂ ਰੁੱਤਾਂ ਦੀ ਗੱਲ ਕਰਦੇ ਹਾਂ, ਠੀਕ ਹੈ, ਅਤੇ ਰੁੱਤ ਜਿਹੜੀਆਂ ਨੇ ਉਹ ਜ਼ਿਆਦਾਤਰ ਬੇਸਿਕਲੀ 4 ਤਰ੍ਹਾਂ ਦੀਆਂ ਰੁੱਤਾਂ ਨੇ। ਸਰਦੀ ਦੀ ਰੁੱਤ ਜਿਹੜੀ ਜਨਵਰੀ ਤੋਂ ਫਰਵਰੀ ਤੱਕ ਆਉਂਦੀ ਹੈ, ਗਰਮੀ ਦੀ ਰੁੱਤ ਹੈ ਜਿਹੜੀ ਮਾਰਚ ਤੋਂ ਮਈ ਤੱਕ ਹੁੰਦੀ ਹੈ, ਵਰਖਾ ਦੀ ਰੁੱਤ ਹੈ। ਠੀਕ ਹੈ, ਜਿਹੜੀ ਜਾਂ ਮਾਨਸੂਨ ਦੀ ਹੈ ਜਿਹੜੀ ਜੂਨ ਸਤੰਬਰ ਹੈ, ਔਰ ਮਾਨਸੂਨ ਤੋਂ ਮਗਰੋਂ ਫਿਰ ਜਿਹੜੀ ਰੁੱਤ ਆਪਾਂ ਦੇਖਦੇ ਹਾਂ ਅਤੇ ਉਹਨੂੰ ਆਪਾਂ ਮਾਨਸੂਨ ਉੱਤਰ ਪੂਰਬੀ ਮਾਨਸੂਨ ਕਹਿੰਦੇ ਹਾਂ, ਜਿਹੜੀ ਅਕਤੂਬਰ ਤੋਂ ਦਸੰਬਰ ਹੈ। ਠੀਕ ਹੈ, ਹੁਣ ਅਲੱਗ ਅਲੱਗ ਤਰੀਕੇ ਦੀ ਜਲਵਾਯੂ ਜਦੋਂ ਰੁੱਤਾਂ ਦੀ ਗੱਲ ਕਰਦੇ ਹਾਂ ਅਤੇ ਨਾਲ ਹੀ ਇਹਦਾ ਵੈਦਰ ਵੀ ਚੇਂਜ ਹੋ ਜਾਂਦਾ ਹੈ। ਠੀਕ ਹੈ, ਅਤੇ ਵੈਦਰ ਚੇਂਜ ਹੋਣ ਦੇ ਨਾਲ ਨਾਲ ਰਹਿਣ ਸਹਿਣ ਜਿਹੜਾ ਹੈ ਉਹ ਵੀ ਚੇਂਜ ਹੋ ਜਾਂਦਾ ਹੈ। ਠੀਕ ਹੈ, ਦੇਖੋ ਜਿਸ ਤਰ੍ਹਾਂ ਆਪਾਂ ਭਾਰਤੀ ਜੇ ਖੇਤਰੀ ਖੰਡਾਂ ਦੀ ਗੱਲ ਕਰਦੇ ਹਾਂ ਅਤੇ ਭਾਰਤੀ ਜਿਹੜੀ ਭੂਮੀ ਹੈ ਉਹ ਨਾ ਉਹਨੂੰ ਆਪਾਂ 4 ਪਾਰਟਸ ਵਿੱਚ ਡਿਵਾਈਡ ਕਰਦੇ ਹਾਂ। ਇੱਕ ਹੈ ਵਿਸ਼ਾਲ ਪਹਾੜੀ ਪ੍ਰਦੇਸ਼, ਸਿੰਧੂ ਅਤੇ ਗੰਗਾ ਦਾ ਮੈਦਾਨ, ਇੱਕ ਹੈ ਮਰੂਥਲੀ, ਔਰ ਇੱਕ ਹੈ ਦਕਸ਼ਣੀ ਪ੍ਰਾਇਦੀਪ। ਠੀਕ ਹੈ, ਹੁਣ ਇਹ ਅਲੱਗ ਅਲੱਗ
ਖੰਡ ਜਿਹੜੇ ਨੇ ਅਲੱਗ-ਅਲੱਗ ਤਰੀਕੇ ਦੀਆਂ ਜਲਵਾਯੂ ਔਰ ਜਲਵਾਯੂ ਦੇ ਨਾਲ ਉਹਨਾਂ ਦੇ ਜਿਹੜੇ ਖੇਤੀ ਕਰਨ ਦੇ ਜਿਹੜੇ ਤਰੀਕੇ ਨੇ ਜਾਂ ਪਹਿਰਾਵੇ ਨੇ ਇਹ ਵੀ ਚੇਂਜ ਹੋ ਜਾਂਦੇ ਨੇ। ਠੀਕ ਹੈ, ਭੂਗੋਲਿਕ ਏਕਤਾ ਦੇ ਨਾਲ ਸੱਭਿਆਚਾਰਕ ਅਨੇਕਤਾ ਜਿਹੜੀ ਹੈ ਉਹ ਵੀ ਫਿਰ ਪੈਦਾ ਹੋ ਜਾਂਦੀ ਹੈ। ਠੀਕ ਹੈ, ਹੁਣ ਨੈਕਸਟ ਜਿਹੜੀ ਆਪਾਂ ਅਨੇਕਤਾ ਦੀ ਗੱਲ ਕਰਨ ਲੱਗੇ ਹਾਂ ਉਹ ਹੈ ਧਾਰਮਿਕ ਅਨੇਕਤਾ। ਠੀਕ ਹੈ, ਧਾਰਮਿਕ ਅਨੇਕਤਾ ਜਦੋਂ ਅਸੀਂ ਗੱਲ ਕਰਦੇ ਹਾਂ, ਤੁਹਾਨੂੰ ਪਤਾ ਇੰਡੀਆ ਜਿਹੜਾ ਹੈ ਇੱਕ ਐਸਾ ਦੇਸ਼ ਹੈ ਜਿਹਦੇ ਵਿੱਚ ਆਲਮੋਸਟ 6 ਤਰ੍ਹਾਂ ਦੇ ਧਰਮ ਜਿਹੜੇ ਨੇ ਪਾਏ ਜਾਂਦੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨ ਐਂਡ ਬੁੱਧਿਜ਼ਮ। ਠੀਕ ਹੈ, ਹੁਣ ਇਹਨਾਂ ਦੀ ਰੇਸ਼ੋ ਜਿਹੜੀ ਹੈ ਉਹ ਅਲੱਗ-ਅਲੱਗ ਹੈ, ਲੇਕਿਨ ਜਦੋਂ ਅਸੀਂ ਬਹੁਮਤ ਦੀ ਗੱਲ ਕਰਦੇ ਹਾਂ ਤੇ ਜ਼ਿਆਦਾਤਰ ਆਪਾਂ ਇਹਨੂੰ ਇੱਕ ਹਿੰਦੁਸਤਾਨ ਆਪਾਂ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਹਿੰਦੂਆਂ ਦਾ ਦੇਸ਼ ਜਿਹੜਾ ਹੈ ਮੰਨਿਆ ਗਿਆ ਹੈ। ਠੀਕ ਹੈ, ਹੁਣ ਮੈਜੋਰਿਟੀ ਜਿਹੜੀ ਹੈ ਉਹ ਹਿੰਦੂ ਲੋਕਾਂ ਦੀ ਹੈ, ਇਸ ਕਰਕੇ ਇਹਦਾ ਨਾਂ ਜਿਹੜਾ ਹੈ ਹਿੰਦੁਸਤਾਨ ਪਿਆ। ਲੇਕਿਨ ਨਾਟ ਓਨਲੀ ਹਿੰਦੂਜ਼, ਬਾਕੀ ਜਿਹੜੇ ਰਿਲੀਜਨ ਹਨ ਉਹਨਾਂ ਦੇ ਲੋਕ ਜਿਹੜੇ ਨੇ ਉਹ ਵੀ ਅਲੱਗ-ਅਲੱਗ ਰੇਸ਼ੋ ਦੇ ਵਿੱਚ ਪਾਏ ਜਾਂਦੇ ਹਨ। ਤੁਹਾਨੂੰ ਪਤਾ ਹੈ ਕਿ ਹਰ 10 ਸਾਲ ਬਾਅਦ ਕੀ ਹੁੰਦੀ ਹੈ, ਜਨਗਣਨਾ ਹੁੰਦੀ ਹੈ। ਠੀਕ ਹੈ, ਜਨਗਣਨਾ ਦੇ ਵਿੱਚ ਹਰ ਰਿਲੀਜਨ ਦੇ ਲੋਕਾਂ ਦੀ ਰੇਸ਼ੋ ਜਿਹੜੀ ਹੈ ਉਹ ਸ਼ੋ ਕੀਤੀ ਜਾਂਦੀ ਹੈ। ਠੀਕ ਹੈ, ਲੇਕਿਨ ਜਦੋਂ ਅਸੀਂ ਧਰਮਾਂ ਦੀ ਗੱਲ ਕਰਦੇ ਹਾਂ ਤੇ ਧਰਮਾਂ ਦੇ ਨਾਲ ਉਹਨਾਂ ਦੇ ਸੰਸਕਾਰ ਔਰ ਵਿਸ਼ਵਾਸ ਜਿਹੜੇ ਨੇ ਉਹ ਵੀ ਫਿਰ ਅਲੱਗ-ਅਲੱਗ ਹੋ ਜਾਂਦੇ ਨੇ। ਕਈ ਵਾਰ ਇਹਨਾਂ ਦੇ ਜਿਹੜੇ ਕਲਚਰ ਨੇ ਇਹ ਇੱਕ ਦੂਸਰੇ ਦੇ ਐਂਟੀ ਹੋ ਜਾਂਦੇ ਨੇ, ਮੀਨਸ ਇੱਕ ਦੂਜੇ ਬਿਲਕੁਲ ਉਲਟ ਹੋ ਜਾਂਦੇ ਨੇ। ਠੀਕ ਹੈ, ਔਰ ਧਾਰਮਿਕ ਅਨੇਕਤਾ ਹੁੰਦੇ ਹੋਏ ਕਈ ਵਾਰ ਧਾਰਮਿਕ ਸੰਘਰਸ਼ ਜਿਹੜੇ ਨੇ ਉਹ ਵੀ ਹੋ ਜਾਂਦੇ ਨੇ। ਠੀਕ ਹੈ, ਹੁਣ ਜਦੋਂ ਅਸੀਂ ਸੱਭਿਆਚਾਰ ਦੀ ਗੱਲ ਕਰਦੇ ਹਾਂ, ਹਰ ਧਰਮ ਦਾ ਇੱਕ ਅਲੱਗ ਤਰੀਕੇ ਦਾ ਸੱਭਿਆਚਾਰ ਹੁੰਦਾ ਆ। ਠੀਕ ਹੈ, ਚਾਹੇ ਉਹ ਪੇਂਡੂ ਹੈ, ਚਾਹੇ ਸ਼ਹਿਰੀ ਹੈ ਅਤੇ ਚਾਹੇ ਕਬਾਇਲੀ ਹੈ, ਉਹਨਾਂ ਦੇ ਰੀਤੀ ਰਿਵਾਜ਼, ਉਹਨਾਂ ਦੇ ਖਾਣ ਪਾਨ ਜਾਂ ਜਿਹੜੇ ਨੇ ਉਹ ਸਾਰੇ ਹੀ ਆਪਣੇ ਧਰਮ ਦੇ ਅਕੋਰਡਿੰਗ ਹੁੰਦੇ ਨੇ। ਠੀਕ ਹੈ, ਅਤੇ ਕੁਛ ਰੀਤੀ ਰਿਵਾਜ਼ ਜਿਹੜੇ ਨੇ ਉਹ ਸਥਾਨਿਕ ਹੁੰਦੇ ਨੇ, ਕੁਛ ਪਰੰਪਰਾਗਤ ਹੁੰਦੇ ਨੇ, ਕੁਛ ਖੇਤਰੀ ਹੁੰਦੇ ਨੇ। ਠੀਕ ਹੈ, ਇਹ ਅਲੱਗ-ਅਲੱਗ ਧਰਮ ਦੇ ਅਲੱਗ-ਅਲੱਗ ਰੀਤੀ ਰਿਵਾਜ਼। ਠੀਕ ਹੈ, ਹੁਣ ਅਸੀਂ ਗੱਲ ਕਰਦੇ ਹਾਂ ਭਾਸ਼ਾਈ ਅਨੇਕਤਾ। ਜਦੋਂ ਅਸੀਂ ਭਾਸ਼ਾਈ ਅਨੇਕਤਾ ਦੀ ਗੱਲ ਕਰਦੇ ਹਾਂ ਤਾਂ ਇੱਥੇ ਤਾਂ ਵੈਰਾਇਟੀ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਸਾਨੂੰ ਵੇਖਣ ਨੂੰ ਮਿਲਦੀ ਹੈ। ਅਤੇ ਜੇ ਆਪਾਂ ਗੱਲ ਕਰੀਏ ਭਾਰਤੀ ਸਮਾਜ ਦੇ ਵਿੱਚ ਭਾਸ਼ਾਵਾਂ ਕਿੰਨੀਆਂ ਨੇ, ਅਤੇ ਕੁੱਲ ਮਿਲਾ ਕੇ 1652 ਭਾਸ਼ਾਵਾਂ ਜਿਹੜੀਆਂ ਨੇ ਉਹ ਇੰਡੀਆ ਦੇ ਵਿੱਚ ਪ੍ਰੈਜ਼ੈਂਟ ਟਾਈਮ ਬੋਲੀਆਂ ਜਾਂਦੀਆਂ ਨੇ, ਜਿਹਦੇ ਵਿੱਚ 22 ਭਾਸ਼ਾਵਾਂ ਐਸੀਆਂ ਨੇ ਜਿਨ੍ਹਾਂ ਨੂੰ ਸੰਵਿਧਾਨਿਕ ਮਾਨਤਾ ਪ੍ਰਾਪਤ ਹੈ, ਜਿਵੇਂ ਹਿੰਦੀ, ਉਰਦੂ, ਇੰਗਲਿਸ਼, ਮਰਾਠੀ, ਤੇਲਗੂ, ਪੰਜਾਬੀ। ਠੀਕ ਹੈ, ਹੁਣ ਇਹੋ ਜਿਹੀਆਂ ਜਿਹੜੀਆਂ ਭਾਸ਼ਾਵਾਂ ਨੇ ਅਤੇ ਜੇ ਇਹਨਾਂ ਨੂੰ ਆਪਾਂ ਕਹਿ ਲਈਏ ਕਿ ਪੂਰੀ ਟੋਟਲ ਅਗਰ ਗੱਲ ਕਰੀਏ ਤਾਂ ਇਹ 3000 ਤੋਂ ਵੀ ਵੱਧ ਜਿਹੜੀਆਂ ਜਾਤਾਂ ਜਿਹੜੀਆਂ ਨੇ ਭਾਸ਼ਾਵਾਂ ਜਿਹੜੀਆਂ ਨੇ ਉਹ ਹੋ ਜਾਂਦੀਆਂ ਨੇ। ਠੀਕ ਹੈ, ਹੁਣ ਜਦੋਂ ਭਾਸ਼ਾਈ ਗੱਲ ਕਰਦੇ ਹਾਂ ਅਤੇ ਜ਼ਿਆਦਾਤਰ 3 ਤਰ੍ਹਾਂ ਦੀਆਂ ਭਾਸ਼ਾਈ ਪਰਿਵਾਰ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ। ਇੱਕ ਹਨ ਇੰਡੋ ਯੂਰਪੀ ਭਾਸ਼ਾਈ ਪਰਿਵਾਰ, ਮਤਲਬ ਜਿਹੜੇ ਪੰਜਾਬੀ, ਸਿੰਧੀ, ਹਿੰਦੀ, ਮਰਾਠੀ, ਬੰਗਲਾ। ਠੀਕ ਹੈ, ਇਹ ਰਾਜਸਥਾਨੀ ਭਾਸ਼ਾਵਾਂ ਜਿਹੜੀਆਂ ਨੇ ਬੋਲਦੇ ਨੇ। ਉਸ ਤੋਂ ਬਾਅਦ ਹੈ ਦ੍ਰਵਿੜ ਭਾਸ਼ਾਈ ਪਰਿਵਾਰ, ਦ੍ਰਵਿੜ, ਤੇਲਗੂ, ਕੰਨੜ, ਤਮਿਲ, ਮਲਿਆਲਮ। ਠੀਕ ਹੈ, ਇਹ ਭਾਸ਼ਾਵਾਂ ਦੇ ਪ੍ਰਦੇਸ਼। ਔਰ ਨੈਕਸਟ ਲਾਸਟ ਹੈ ਐਸਟਰੋ ਏਸ਼ੀਆਈ ਭਾਸ਼ਾਈ ਦੇਸ਼ ਪਰਿਵਾਰ। ਇਹ ਪਰਿਵਾਰ ਜਿਹੜੇ ਨੇ ਜਿਹੜੇ ਕਿ ਕਬਾਇਲੀ ਭਾਸ਼ਾਵਾਂ ਨਾਲ ਸੰਬੰਧਿਤ ਹਨ। ਠੀਕ ਹੈ, ਹੁਣ ਇੰਨੀਆਂ ਭਾਸ਼ਾਵਾਂ ਦੇ ਵਿੱਚ ਅਨੇਕਤਾਵਾਂ ਹੋਣ ਦੇ ਕਰਕੇ ਇਹਦੀ ਮਤਲਬ ਬਹੁਤ ਡੀਪ ਇਹਦੀਆਂ ਰੂਟਸ ਜਿਹੜੀਆਂ ਨੇ ਉਹ ਚਲੀਆਂ ਜਾਂਦੀਆਂ ਨੇ। ਠੀਕ ਹੈ, ਨੈਕਸਟ ਜਿਹੜੀ ਅਨੇਕਤਾ ਹੈ ਉਹ ਹੈ ਜੀ ਨਸਲੀ ਅਨੇਕਤਾ। ਠੀਕ ਹੈ, ਨਸਲੀ ਅਨੇਕਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਅਤੇ ਇੱਕ ਵਿਗਿਆਨਿਕ ਨੇ ਸਰ ਹਰਬਰਟ ਰਿਜਲੇ ਜਿਹੜਾ ਹੈ ਉਹਨੇ ਤਾਂ ਭਾਰਤ ਨੂੰ ਨਸਲਾਂ ਦਾ ਅਜਾਇਬ ਘਰ ਕਹਿ ਛੱਡਿਆ। ਠੀਕ ਹੈ, ਮਤਲਬ ਇੰਨੀਆਂ ਜ਼ਿਆਦਾ ਨਸਲਾਂ ਜਿਹੜੀਆਂ ਨੇ ਉਹ ਭਾਰਤੀ ਸਮਾਜ ਦੇ ਵਿੱਚ ਪਾਈਆਂ ਜਾਂਦੀਆਂ ਨੇ। ਠੀਕ ਹੈ,
ਜ਼ਿਆਦਾਤਰ ਜਿਹੜੀਆਂ ਆਪਾਂ ਨਸਲਾਂ ਇੰਡੀਅਨ ਸੁਸਾਇਟੀ ਦੇ ਵਿੱਚ ਗਿਣਦੇ ਹਾਂ ਉਹ ਨੇ ਦ੍ਰਵਿੜ, ਇੰਡੋ ਆਰੀਅਨ, ਮੈਂਗਲੋਇਡ, ਇੰਡੋ ਦ੍ਰਵਿੜ, ਮੰਗੋਲ ਦ੍ਰਵਿੜ, ਸੀਰੀਅਨ ਅਤੇ ਟਰਕੀ ਇਰਾਨੀਅਨ। ਠੀਕ ਹੈ, ਇਹ ਜਿਹੜੀਆਂ ਆਪਾਂ ਨਸਲਾਂ ਜਿਹੜੀਆਂ ਨੇ ਜ਼ਿਆਦਾਤਰ ਕਾਊਂਟ ਕਰਦੇ ਹਾਂ ਭਾਰਤੀ ਸਮਾਜ ਦੇ ਵਿੱਚ। ਅੱਛਾ, ਇੱਕ ਹੋਰ ਚੀਜ਼ ਹੈ ਕਿ ਜਿਹੜੀਆਂ ਨਸਲਾਂ ਦੀ ਅਨੇਕਤਾ ਹੈ ਇਹਦੇ ਕਰਕੇ ਨਸਲਵਾਦ ਜਿਹੜਾ ਹੈ ਉਹ ਵੀ ਉਤਪੰਨ ਹੁੰਦਾ ਹੈ, ਜਿਹਦੇ ਕਰਕੇ ਰਾਸ਼ਟਰੀ ਭਾਵਨਾ ਜਿਹੜੀ ਹੈ ਉਹਨੂੰ ਢਾਹ ਜਿਹੜੀ ਹੈ ਲੱਗਦੀ ਹੈ। ਮਤਲਬ ਕਿ ਹਰ ਨਸਲ ਜਿਹੜੀ ਹੈ ਆਪਣੇ ਆਪ ਨੂੰ ਦੂਸਰੀ ਨਸਲ ਤੋਂ ਸੁਪੀਰੀਅਰ ਮੰਨਣ ਦੇ ਲਈ ਇੱਕ ਦੂਸਰੇ ਨਾਲ ਕੀ ਹੈ, ਇੱਕ ਦੂਸਰੇ ਨਾਲ ਭੇਦਭਾਵ ਜਿਹੜਾ ਹੈ ਕਰਦੀਆਂ ਹਨ। ਠੀਕ ਹੈ, ਨੈਕਸਟ ਆ ਗਿਆ ਕਬਾਇਲੀ ਏਕਤਾ। ਕਬਾਇਲੀ ਏਕਤਾ ਦਾ ਮਤਲਬ ਹੈ ਕਿ ਭਾਰਤ ਵਿੱਚ ਬਹੁਤ ਸਾਰੇ ਐਸੇ ਸਮੂਹ ਜਿਹੜੇ ਨੇ ਉਹ ਹਨ ਜੋ ਅੱਜ ਵੀ ਸੱਭਿਅਤਾ ਦੇ ਪ੍ਰਭਾਵਾਂ ਤੋਂ ਬਹੁਤ ਦੂਰ ਨੇ। ਮੀਨਸ ਕਿ ਜਿਹੜੀ ਸੋਧੀ ਹੋਈ ਜਿਹੜੀ ਸੁਸਾਇਟੀ ਹੈ ਉਹਦੇ ਤੋਂ ਦੂਰ ਨੇ ਔਰ ਕਬਾਇਲੀ ਔਰ ਜਨਜਾਤੀਆਂ ਦੇ ਵਿੱਚ ਵਸੇਵਾ ਜਿਹੜਾ ਹੈ ਉਹ ਕਰ ਰਹੇ ਹਨ। ਠੀਕ ਹੈ, ਹੁਣ ਜਦੋਂ ਆਪਾਂ ਕਬਾਇਲੀਆਂ ਦੀ ਗੱਲ ਕਰਦੇ ਹਾਂ, ਕਬੀਲਿਆਂ ਦੀ ਗੱਲ ਕਰਦੇ ਹਾਂ, ਅਤੇ ਭਾਰਤੀ ਸਮਾਜ ਦੇ ਵਿੱਚ ਕਮ ਸੇ ਕਮ 216 ਕਬਾਇਲੀ ਸਮਾਜ ਜਿਹੜੇ ਨੇ ਉਹ ਐਟ ਪ੍ਰੈਜ਼ੈਂਟ ਹੈ ਮੌਜੂਦ ਨੇ। ਠੀਕ ਹੈ, ਔਰ ਇਹਨਾਂ ਨੂੰ ਅਸੀਂ 4 ਕੈਟਾਗਰੀਜ਼ ਦੇ ਵਿੱਚ ਵੰਡਿਆ ਹੈ। ਪਹਿਲਾ ਹੈ ਮੱਧ ਖੇਤਰ, ਦੂਸਰਾ ਹੈ ਉੱਤਰ ਪੂਰਬੀ ਖੇਤਰ, ਤੀਸਰਾ ਹੈ ਦੱਖਣੀ ਖੇਤਰ ਔਰ ਚੌਥਾ ਹੈ ਪੱਛਮੀ ਖੇਤਰ। ਔਰ ਇਹਨਾਂ 4 ਖੇਤਰਾਂ ਦੇ ਵਿੱਚ ਅਲੱਗ-ਅਲੱਗ ਪ੍ਰਜਾਤੀਆਂ ਦੀਆਂ ਜਾਂ ਕਬੀਲੇ ਜਿਹੜੇ ਨੇ ਉਹ ਰਹਿੰਦੇ ਹਨ, ਜਿਨ੍ਹਾਂ ਦੇ ਵਿੱਚ ਕਲਚਰਲ ਐਂਡ ਰਿਲੀਜੀਅਸ ਡਾਇਵਰਸਿਟੀ ਜਿਹੜੀ ਹੈ ਉਹ ਪਾਈ ਜਾਂਦੀ ਹੈ। ਠੀਕ ਹੈ, ਸੁਤੰਤਰਤਾ ਤੋਂ ਬਾਅਦ ਇਹਨਾਂ ਕਬੀਲਿਆਂ ਦੇ ਏਕੀਕਰਨ ਦੇ ਲਈ ਬਹੁਤ ਸਾਰੀਆਂ ਸੁਧਾਰ ਜਿਹੜੇ ਨੇ ਉਹ ਕੀਤੇ ਗਏ। ਠੀਕ ਹੈ, ਅਤੇ ਬਹੁਤ ਸਾਰੀਆਂ ਸੁਧਾਰ ਕਰਨ ਤੋਂ ਬਾਅਦ ਵੀ ਇਹਨਾਂ ਦੇ ਵਿੱਚ ਕਹਿ ਲਓ ਕਿ ਉਹ ਡਾਇਵਰਸਿਟੀ ਜਿਹੜੀ ਹੈ ਉਹਦੇ ਕਰਕੇ ਇੰਨੀ ਜ਼ਿਆਦਾ ਇਹਨਾਂ ਦੇ ਅੰਦਰ ਇੱਕ ਦੂਸਰੇ ਨਾਲ ਕੀ ਕਹਿੰਦੇ ਖੁੰਦਕਬਾਜ਼ੀ ਜਿਹੜੀ ਹੈ ਉਹ ਵੀ ਪੈਦਾ ਹੋ ਜਾਂਦੀ ਹੈ। ਠੀਕ ਹੈ, ਹੁਣ ਜਿਹੜੀ ਨੈਕਸਟ ਅਨੇਕਤਾ ਹੈ ਉਹ ਹੈ ਜਾਤੀ ਅਨੇਕਤਾ। ਠੀਕ ਹੈ, ਕਿ ਭਾਰਤੀ ਸਮਾਜ ਇੱਕ ਐਸਾ ਵਿਲੱਖਣ ਦੇਸ਼ ਹੈ ਜਿਹਦੇ ਵਿੱਚ ਜਾਤੀ ਸਿਸਟਮ ਜਿਹੜਾ ਹੈ ਉਹ ਪਾਇਆ ਜਾਂਦਾ ਹੈ। ਠੀਕ ਹੈ, ਹੁਣ ਜਾਤੀ ਸਿਸਟਮ ਜਿਹੜਾ ਹੈ ਉਹ ਪਿੰਡਾਂ ਤੋਂ ਪ੍ਰਚਲਿਤ ਹੋਇਆ। ਜਿਉਂ-ਜਿਉਂ ਕੰਮ ਡਿਵੈਲਪ ਹੋਏ ਤਿਉਂ-ਤਿਉਂ ਉਸ ਕੰਮਾਂ ਨਾਲ ਰਿਲੇਟਡ ਕੀ ਹੈ ਜਾਤਾਂ ਜਿਹੜੀਆਂ ਨੇ ਉਹ ਡਿਵੈਲਪ ਹੋ ਗਈਆਂ। ਠੀਕ ਹੈ, ਹੁਣ ਜਾਤੀਆਂ ਜਿਹੜੀਆਂ ਨੇ ਉਹ ਤੁਹਾਨੂੰ ਪਤਾ ਹੈ ਕਿ ਸਮਾਜਿਕ ਸਿਸਟਮਾਂ ਦੀ ਇੱਕ ਮੁੱਖ ਪਹਿਚਾਣ ਹੁੰਦੀ ਹੈ ਨਾ। ਹਿੰਦੂ, ਮੁਸਲਿਮ, ਈਸਾਈ, ਸਿੱਖ, ਇਹ ਸਾਰੇ ਰਿਲੀਜਨ ਐਸੇ ਨੇ ਜਿਨ੍ਹਾਂ ਦੇ ਵਿੱਚ ਜਾਤਾਂ ਜਿਹੜੀਆਂ ਨੇ ਪਾਈਆਂ ਜਾਂਦੀਆਂ ਨੇ। ਠੀਕ ਹੈ, ਅਤੇ ਜਦੋਂ ਜਾਤ ਜਿਹੜੀ ਹੈ ਵੱਖਰੀ ਹੋ ਜਾਂਦੀ ਹੈ ਅਤੇ ਜਾਤਾਂ ਦੇ ਵੱਖਰੇ ਹੋਣ ਦੇ ਕਰਕੇ ਇਹਨਾਂ ਦਾ ਕਲਚਰ, ਇਹਨਾਂ ਦੇ ਸਿਸਟਮ ਦੂਸਰੀ ਜਾਤ ਤੋਂ ਡਿਫਰੈਂਟ ਹੋ ਜਾਂਦੇ ਨੇ, ਜਿਸ ਕਰਕੇ ਇਹ ਕਈ ਵਾਰ ਇੱਕ ਦੂਜੇ ਤੋਂ ਐਂਟੀ ਵੀ ਹੋ ਜਾਂਦੇ ਨੇ। ਠੀਕ ਹੈ, ਜਿਹਦੇ ਕਰਕੇ ਰਾਸ਼ਟਰੀ ਏਕਤਾ ਜਿਹੜੀ ਹੈ ਉਹਨੂੰ ਢਾਹ ਜਿਹੜੀ ਹੈ ਲੱਗਦੀ ਹੈ। ਠੀਕ ਹੈ, ਨੈਕਸਟ ਆ ਜਾਂਦੀ ਹੈ ਜੀ ਰਾਜਨੀਤਿਕ ਅਨੇਕਤਾ। ਰਾਜਨੀਤਿਕ ਅਨੇਕਤਾ ਜਿਹੜੀ ਹੈ ਉਹ ਤਾਂ ਇੰਡੀਅਨ ਸਿਸਟਮ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀ ਹੈ। ਠੀਕ ਹੈ, ਅਤੇ ਸਾਡਾ ਜਿਹੜਾ ਸਮਾਜ ਹੈ ਇਹ ਛੋਟੇ ਕਹਿ ਲਓ ਕਿ ਰਿਆਇਤਾਂ ਦੇ ਵਿੱਚ ਵੰਡਿਆ ਹੈ, ਜਿਨ੍ਹਾਂ ਨੂੰ ਅਸੀਂ ਰਾਜ ਵੀ ਕਹਿ ਦਿੰਦੇ ਹਾਂ, ਹੈ ਨਾ। ਹਰ ਰਾਜ ਜਿਹੜਾ ਹੈ ਉਹਦਾ ਅਲੱਗ ਪੋਲੀਟੀਕਲ ਸਿਸਟਮ ਹੈ ਜਿਹੜਾ ਕਿ ਕੇਂਦਰ ਦੇ ਸਿਸਟਮ ਦੇ ਨਾਲ ਜੁੜਿਆ ਹੋਇਆ ਹੈ। ਠੀਕ ਹੈ, ਹੁਣ ਇਹਨੂੰ ਅਸੀਂ ਡੀਸੈਂਟਰਲਾਈਜ਼ ਵੀ ਕਹਿ ਦਿੰਦੇ ਹਾਂ ਕਿ ਪਾਵਰ ਜਿਹੜੀ ਹੈ ਡੀਸੈਂਟਰਲਾਈਜ਼ ਕੀਤੀ ਹੈ ਕਿ ਵੰਡੀ ਹੋਈ ਹੈ, ਲੇਕਿਨ ਇਹ ਸਾਰੀ ਤਾਕਤ ਨੂੰ ਕਮਾਂਡ ਕੌਣ ਕਰ ਰਿਹਾ ਹੈ? ਸੈਂਟਰ ਦਾ ਜਿਹੜਾ ਪੋਲੀਟੀਕਲ ਸਿਸਟਮ ਹੈ ਉਹ। ਠੀਕ ਹੈ, ਯਾਨੀ ਕਿ ਡੀਸੈਂਟਰਲਾਈਜ਼ ਹੋਣ ਦੇ ਬਾਵਜੂਦ ਵੀ ਇਹ ਕੀ ਹੈ ਸੈਂਟਰਲਾਈਜ਼ਡ ਹੈ। ਠੀਕ ਹੈ, ਔਰ ਅਲੱਗ-ਅਲੱਗ
ਅਲੱਗ-ਅਲੱਗ ਜਾਤੀਆਂ ਦੇ ਪ੍ਰੈਜ਼ੈਂਟ ਹੋਣ ਦੇ ਬਾਵਜੂਦ ਵੀ ਇਹਦੇ ਵਿੱਚ ਜਿਹੜੀ ਭਾਈਚਾਰਾ ਹੈ ਇਹ ਬਣਾਏ ਰੱਖਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾਂਦੀ ਹੈ। ਠੀਕ ਹੈ। ਨੈਕਸਟ ਆ ਗਿਆ 8th, ਵਿਆਹ ਅਤੇ ਨਾਤੇਦਾਰੀ ਅਨੇਕਤਾ। ਹੁਣ ਰਵਾਇਤੀ ਜਿਹੜੇ ਨੇ ਤਰੀਕੇ ਨੇ ਵਿਆਹ ਦੇ, ਠੀਕ ਹੈ, ਔਰ ਕਾਸਟ ਸਿਸਟਮ ਹੈ ਔਰ ਰਿਲੀਜਨ ਹੈ, ਅਗਰ ਆਪਾਂ ਇਹਨਾਂ ਚੀਜ਼ਾਂ ਨੂੰ ਦੇਖੀਏ ਤੇ ਉਹਦੇ ਆਧਾਰ 'ਤੇ ਵਿਆਹ ਦੇ ਤਰੀਕੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ। ਬਹੁਤ ਸਾਰੀਆਂ ਕਿਸਮਾਂ ਜਿਹੜੀਆਂ ਨੇ ਉਹ ਵਿਆਹ ਦੀਆਂ ਪਾਈਆਂ ਜਾਂਦੀਆਂ ਨੇ। ਠੀਕ ਹੈ। ਜਿਹਦੇ ਵਿੱਚ ਸਮੂਹਿਕ ਵਿਆਹ ਸੀਗਾ, ਉਸ ਤੋਂ ਬਾਅਦ ਬਹੁਪਤੀ ਬਹੁਪਤਨੀ ਵਿਆਹ। ਠੀਕ ਹੈ। ਔਰ ਇਸ ਤੋਂ ਬਾਅਦ ਇਕਹਿਰਾ ਪਰਿਵਾਰ, ਇੱਕ ਵਿਆਹ ਦੀ ਪ੍ਰਥਾ ਜਿਹੜੀ ਹੈ ਪ੍ਰਚਲਿਤ ਹੋਈ। ਠੀਕ ਹੈ। ਹੁਣ ਅਲੱਗ-ਅਲੱਗ ਟ੍ਰੈਡੀਸ਼ਨਸ ਦੇ ਅਲੱਗ-ਅਲੱਗ ਤਰੀਕੇ ਨਾਲ ਵਿਆਹ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਅਨੇਕਤਾ ਜਿਹੜੀਆਂ ਨੇ ਪਾਈਆਂ ਜਾਂਦੀਆਂ ਹਨ। ਔਰ ਜਦੋਂ ਅਸੀਂ ਵਿਆਹ ਦੀ ਗੱਲ ਕਰਦੇ ਹਾਂ ਤਾਂ ਵਿਆਹ ਦੇ ਨਾਲ ਨਾਲ ਨਾਤੇਦਾਰੀ ਜਿਹੜੇ ਸੰਬੰਧੀ ਹਨ ਉਹ ਵੀ ਅਲੱਗ-ਅਲੱਗ ਅਨੇਕਤਾਵਾਂ ਜਿਹੜੀਆਂ ਨੇ ਉਹਦੇ ਵਿੱਚ ਪੈਦਾ ਹੋ ਜਾਂਦੀਆਂ ਨੇ। ਠੀਕ ਹੈ। ਚਾਹੇ ਸਾਕੇਦਾਰੀ ਨੂੰ ਲੈ ਕੇ, ਚਾਹੇ ਵਿਆਹ ਦੇ ਨਿਯਮਾਂ ਨੂੰ ਲੈ ਕੇ, ਚਾਹੇ ਉੱਤਰਾਧਿਕਾਰੀ ਦੇ ਨਿਯਮਾਂ ਨੂੰ ਲੈ ਕੇ, ਚਾਹੇ ਜਿਹੜੀ ਸੰਬੰਧਾਂ ਨੂੰ ਲੈ ਕੇ। ਠੀਕ ਹੈ। ਬਹੁਤ ਸਾਰੀਆਂ ਵਿਲੱਖਣਤਾਵਾਂ ਜਿਹੜੀਆਂ ਨੇ ਉਹ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਅਤੇ ਇਹ ਸਾਰੀਆਂ ਜਿਹੜੀਆਂ ਵਿਲੱਖਣਤਾਵਾਂ ਅਸੀਂ ਜਿਹੜੀਆਂ ਅੱਜ ਕੀਤੀਆਂ, ਇਹ ਸਾਰੀਆਂ ਹੀ ਕਲਚਰਲ ਡਾਇਵਰਸਿਟੀ ਜਿਹੜੀਆਂ ਨੇ ਉਹ ਪੈਦਾ ਕਰਦੀਆਂ ਨੇ। ਮੀਨਜ਼ ਸੱਭਿਆਚਾਰਕ ਅਨੇਕਤਾਵਾਂ ਪੈਦਾ ਕਰਦੀਆਂ ਨੇ, ਜਿਹਦੇ ਕਰਕੇ ਸੁਸਾਇਟੀ ਜਿਹੜੀ ਹੈ ਉਹ ਅਲੱਗ-ਅਲੱਗ ਖੇਤਰਾਂ ਤੋਂ ਅਨੇਕਤਾ ਜਿਹੜੀ ਹੈ ਉਹ ਸ਼ੋਅ ਕਰਦੀ ਹੈ। ਠੀਕ ਹੈ। ਅੱਜ ਅਸੀਂ ਟੌਪਿਕ ਜਿਹੜਾ ਹੈ ਕੀਤਾ, ਉਹਦੇ ਵਿੱਚ ਭਾਰਤੀ ਸਮਾਜ ਦੇ ਵਿੱਚ ਵੱਖ-ਵੱਖ ਸੱਭਿਆਚਾਰਕ ਅਨੇਕਤਾਵਾਂ ਦੀ ਆਪਾਂ ਗੱਲ ਕੀਤੀ। ਠੀਕ ਹੈ। ਅਗਲਾ ਜਿਹੜਾ ਆਪਾਂ ਟੌਪਿਕ ਕਰਾਂਗੇ ਉਹ ਅਨੇਕਤਾਵਾਂ ਦੇ ਬਾਵਜੂਦ ਏਕਤਾ ਜਿਹੜੀ ਹੈ ਉਹ ਕਿਵੇਂ ਲੈ ਕੇ ਆਉਂਦਾ ਹੈ, ਇਹ ਆਪਾਂ ਟੌਪਿਕ ਜਿਹੜਾ ਹੈ ਕਰਾਂਗੇ। ਠੀਕ ਹੈ। ਤਦ ਤੱਕ ਦੇ ਲਈ ਓਕੇ ਬਾਏ।